ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 11ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਆਧੁਨਿਕ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਪੁਸਤਕ ਵਿੱਚ ਦਰਜ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਵਿਤਾ ਦੇਸ ਨੂੰ ਅਸੀਸ ਸਾਡੀ ਗਰੀਬਾਂ ਦੀ ਬਾਰੇ ਗੱਲਬਾਤ ਕਰਾਂਗੇ। ਪ੍ਰੋਫੈਸਰ ਪੂਰਨ ਸਿੰਘ ਜੀ ਦਾ ਆਧੁਨਿਕ ਪੰਜਾਬੀ ਸਾਹਿਤ ਵਿੱਚ ਬਹੁਤ ਉੱਚਾ ਸਥਾਨ ਹੈ। ਆਪ ਨੇ ਆਧੁਨਿਕ ਪੰਜਾਬੀ ਕਵਿਤਾ ਨੂੰ ਨਵੀਨ ਲੀਹਾਂ 'ਤੇ ਚਲਾਇਆ ਅਤੇ ਆਧੁਨਿਕ ਪੰਜਾਬੀ ਵਾਰਤਕ ਨੂੰ ਨਵੀਆਂ ਸੇਧਾਂ ਦਿੱਤੀਆਂ। ਆਪ ਦਾ ਜਨਮ ਫਰਵਰੀ 1881 ਈਸਵੀ ਵਿੱਚ ਐਬਟਾਬਾਦ ਦੇ ਨੇੜੇ ਪਿੰਡ ਸਲਹੱਡ ਵਿਖੇ ਇੱਕ ਅਮੀਰ ਘਰਾਣੇ ਵਿੱਚ ਸਰਦਾਰ ਕਰਤਾਰ ਸਿੰਘ ਜੀ ਦੇ ਘਰ ਹੋਇਆ। ਆਪ ਨੇ ਰਾਵਲਪਿੰਡੀ ਵਿੱਚ 10ਵੀਂ ਤੱਕ ਵਿੱਦਿਆ ਪ੍ਰਾਪਤ ਕੀਤੀ। ਫਿਰ ਆਪ ਨੇ ਟੋਕੀਓ ਯੂਨੀਵਰਸਿਟੀ ਜਾਪਾਨ ਤੋਂ ਵਿਗਿਆਨ ਅਤੇ ਦਰਸ਼ਨ ਵਿੱਚ ਉੱਚ ਵਿੱਦਿਆ ਪ੍ਰਾਪਤ ਕੀਤੀ। ਜਾਪਾਨ ਵਿੱਚ ਆਪ ਨੂੰ ਉੱਥੋਂ ਦੇ ਵਾਤਾਵਰਣ ਅਤੇ ਬੋਧੀ ਸੱਭਿਅਤਾ ਨੇ ਪ੍ਰਭਾਵਿਤ ਕੀਤਾ ਅਤੇ ਆਪ ਬੋਧੀ ਬਣ ਗਏ। ਫਿਰ ਸਵਾਮੀ ਰਾਮ ਤੀਰਥ ਦੀ ਸੰਗਤ ਨਾਲ ਆਪ ਵੇਦਾਂਤੀ ਬਣ ਗਏ ਅਤੇ ਕੇਸ ਕਟਾ ਦਿੱਤੇ। ਜਦੋਂ ਆਪ ਵਾਪਸ ਆਏ ਤਾਂ ਭਾਈ ਵੀਰ ਸਿੰਘ ਜੀ ਦੀ ਸੰਗਤ ਨੇ ਫਿਰ ਪਲਟਾ ਦਿੱਤਾ ਅਤੇ ਆਪ ਸਿੱਖ ਬਣ ਗਏ ਅਤੇ ਨਵੇਂ ਧਾਰਮਿਕ ਰੰਗ ਵਿੱਚ ਰੰਗੇ ਗਏ। ਇਸੇ ਕਰਕੇ ਆਪ ਜੀ ਦੀ ਰਚਨਾ ਉੱਤੇ ਗੁਰਮਤ ਦੇ ਨਾਲ ਨਾਲ ਬੁੱਧ ਮਤ ਅਤੇ ਵੇਦਾਂਤ ਦਾ ਪ੍ਰਭਾਵ ਵੀ ਹੈ। ਪ੍ਰੋਫੈਸਰ ਪੂਰਨ ਸਿੰਘ ਜੀ ਭਾਈ ਵੀਰ ਸਿੰਘ ਜੀ ਦੇ ਸਮਕਾਲੀ ਕਵੀ ਸਨ। ਪ੍ਰੋਫੈਸਰ ਪੂਰਨ ਸਿੰਘ ਉੱਤੇ ਭਾਈ ਵੀਰ ਸਿੰਘ ਜੀ ਦੇ ਵਿਚਾਰਾਂ ਦਾ ਵੀ ਡੂੰਘਾ ਪ੍ਰਭਾਵ ਸੀ, ਪਰ ਆਪ ਨੇ ਭਾਈ ਵੀਰ ਸਿੰਘ ਦੀ ਤਰ੍ਹਾਂ ਸਿਧਾਂਤਿਕ ਸੀਮਾਵਾਂ ਵਿੱਚ ਨਾ ਬੱਝ ਕੇ ਸਗੋਂ ਸਿੱਖ ਸਿਧਾਂਤਾਂ ਅਤੇ ਪੰਜਾਬੀ ਸੱਭਿਆਚਾਰ ਨੂੰ ਸੰਯੁਕਤ ਕਰਕੇ ਇੱਕ ਨਵਾਂ ਵਿਚਾਰ ਜਗਤ ਦਾ ਸੱਭਿਆਚਾਰ ਬਣਾਇਆ। ਪ੍ਰੋਫੈਸਰ ਪੂਰਨ ਸਿੰਘ ਇੱਕ ਵਿਸ਼ਾਲ ਕਲਪਨਾ ਵਾਲੇ ਕਵੀ ਸਨ। ਆਪ ਜੀ ਨੇ ਤੋਲ ਤੁਕਾਂਤ ਨੂੰ ਛੱਡ ਕੇ ਖੁੱਲ੍ਹੀ ਕਵਿਤਾ ਲਿਖੀ, ਜਿਸ ਦਾ ਵੇਗ ਠਾਠਾਂ ਮਾਰਦੇ ਦਰਿਆ ਵਰਗਾ ਹੈ। ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦਾ ਸਭ ਤੋਂ ਪ੍ਰਤੀਨਿਧ ਪੱਖ ਉਹਨਾਂ ਦੀ ਕੌਮੀਅਤ ਅਤੇ ਪੰਜਾਬੀਅਤ ਹੈ। ਪੰਜਾਬ ਦਾ ਜੀਵਨ ਦਰਿਆ, ਬੇਲੇ, ਖੂਹ, ਤਰਿੰਜਣ, ਸ਼ਹਿਰ, ਗਿਰਾਂ, ਅਹੀਰਨਾ, ਘੁਮਿਆਰਨਾ, ਹਲ ਵਾਹੁੰਦੇ ਜੱਟ ਅਤੇ ਕੰਮੀ ਰੁੱਝੇ ਕਾਮੇ ਸਭ ਉਹਨਾਂ ਨੂੰ ਧੂਹ ਪਾਉਂਦੇ ਹਨ। ਆਪ ਦਾ ਪੰਜਾਬ ਦੇ ਕਣ ਕਣ ਨਾਲ ਡੂੰਘੀ ਸਾਂਝ ਅਤੇ ਅਟੁੱਟ ਪਿਆਰ ਹੈ। ਆਪ ਨੂੰ ਬੀਤ ਚੁੱਕੇ ਸਮੇਂ ਵਿੱਚ ਸੁਨਹਿਰੀ ਸਮਾਂ ਦਿਖਾਈ ਦਿੰਦਾ ਹੈ ਅਤੇ ਨਵੀਂ ਸੱਭਿਅਤਾ ਦੀ ਰੌਸ਼ਨੀ ਚੰਗੀ ਨਹੀਂ ਲੱਗਦੀ। ਇਸ ਕਰਕੇ ਆਪ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦੇ ਹਨ। ਦੇਸ ਨੂੰ ਅਸੀਸ ਸਾਡੀ ਗਰੀਬਾਂ ਦੀ ਕਵਿਤਾ ਵਿੱਚ ਵੀ ਪ੍ਰੋਫੈਸਰ ਪੂਰਨ ਸਿੰਘ ਨੇ ਆਪਣੇ ਦੇਸ਼ ਪੰਜਾਬ ਦੀ ਇੱਕ ਇੱਕ ਚੀਜ਼ ਨਾਲ ਪਿਆਰ ਪ੍ਰਗਟ ਕਰਦੇ ਹੋਏ ਉਸ ਨੂੰ ਅਸੀਸਾਂ ਦਿੱਤੀਆਂ ਹਨ। ਪ੍ਰੋਫੈਸਰ ਪੂਰਨ ਸਿੰਘ ਆਪਣੇ ਦੇਸ਼ ਪੰਜਾਬ ਨੂੰ ਅਸੀਸਾਂ ਦਿੰਦੇ ਹੋਏ ਕਹਿੰਦੇ ਹਨ, ਵਸਣ ਤੇਰੇ ਮਹਿਲ ਤੇ ਮਾੜੀਆਂ, ਵਸਣ ਹੋਰ ਵੱਧ ਖੁਸ਼ ਤੇਰੀਆਂ ਨਿੱਕੀਆਂ ਨਿੱਕੀਆਂ ਝੁੱਗੀਆਂ, ਵਸਣ ਤੇਰੇ ਦੇਸ ਪਰਦੇਸ ਸਾਰੇ, ਸੁਖੀ ਸੁਖੀ ਤੇਰੇ ਜਾਏ ਤੇ ਜਾਈਆਂ, ਵਸਣ ਤੇਰੇ ਬਾਗ ਤੇਰੀਆਂ ਬਹਾਰਾਂ,
ਫੁੱਲਣ ਤੇ ਫਲਣ ਤੇਰੀਆਂ ਪੈਲੀਆਂ। ਝੁੱਗੀਆਂ ਸ਼ਬਦ ਦਾ ਅਰਥ ਹੈ ਗਰੀਬ ਲੋਕ। ਪੈਲੀਆਂ ਸ਼ਬਦ ਦਾ ਅਰਥ ਹੈ ਫਸਲਾਂ। ਪ੍ਰੋਫੈਸਰ ਪੂਰਨ ਸਿੰਘ ਆਪਣੇ ਦੇਸ਼ ਪੰਜਾਬ ਨੂੰ ਅਸੀਸਾਂ ਦਿੰਦੇ ਹੋਏ ਕਹਿੰਦੇ ਹਨ ਕਿ ਹੇ ਮੇਰੇ ਮਹਾਨ ਤੇ ਪਿਆਰੇ ਦੇਸ਼, ਤੇਰੇ ਮਹੱਲ ਤੇ ਮਾੜੀਆਂ ਸਦਾ ਕਾਇਮ ਰਹਿਣ ਅਤੇ ਇਹਨਾਂ ਨਾਲੋਂ ਹੋਰ ਵਧੇਰੇ ਖੁਸ਼ੀ ਦੇਣ ਤੇ ਮਾਣਨ ਵਾਲੀਆਂ ਤੇਰੀਆਂ ਨਿੱਕੀਆਂ ਨਿੱਕੀਆਂ ਝੁੱਗੀਆਂ ਵੀ ਸਦਾ ਵਸਦੀਆਂ ਰਹਿਣ। ਤੇਰੇ ਸਾਰੇ ਦੇਸ਼ ਪ੍ਰਦੇਸ਼ ਭਾਵ ਤੇਰੇ ਛੋਟੇ ਵੱਡੇ ਹਿੱਸੇ ਵੀ ਵਸਣ ਰਸਣ ਅਤੇ ਤੇਰੇ ਪੁੱਤਰ ਧੀਆਂ ਸਦਾ ਸੁਖੀ ਰਹਿਣ। ਤੇਰੇ ਬਾਗ ਤੇ ਬਹਾਰਾਂ ਵੀ ਸਦਾ ਕਾਇਮ ਰਹਿਣ ਅਤੇ ਤੇਰੀਆਂ ਪੈਲੀਆਂ ਭਾਵ ਫਸਲਾਂ ਸਦਾ ਹੀ ਫਲਦੀਆਂ ਫੁੱਲਦੀਆਂ ਰਹਿਣ। ਜੀਣ ਤੇਰੇ ਪਿੱਪਲ ਤੇ ਅੰਬ ਪਿਆਰੇ, ਜੀਣ ਤੇਰੀਆਂ ਸਦਾ ਸਾਵੀਆਂ ਬੋੜਾਂ, ਜੀਣ ਤੇਰੇ ਤੂਤ ਸ਼ਹਿਤੂਤ ਸਾਰੇ, ਜੀਣ ਤੇਰੀਆਂ ਬੇਰੀਆਂ ਫਲਾਈਆਂ, ਜੀਣ ਕਿੱਕਰ ਜੀਣ, ਜੀਣ ਤੇਰੇ ਝਾੜ ਤੇ ਝਾੜੀਆਂ, ਮਿੱਠੇ ਮਿੱਠੇ ਬੇਰ ਤੇਰੇ, ਮਿੱਠੇ ਤੇਰੇ ਚਸ਼ਮਿਆਂ ਦੇ ਹੀਰੇ ਡਲਕਦੇ ਪਾਣੀ, ਉੱਚੇ ਉੱਚੇ ਪਰਬਤ ਤੇਰੇ, ਤੇਰੇ ਜੰਗਲ ਦਿਓਦਾਰ ਦੇ ਸੁਹਾਵਣੇ। ਸਾਵੀਆਂ ਸ਼ਬਦ ਦਾ ਅਰਥ ਹੈ ਹਰੀਆਂ ਕਚੂਰ। ਫਲਾਈਆਂ ਇੱਕ ਰੁੱਖ ਦੀ ਕਿਸਮ ਹੈ। ਪ੍ਰੋਫੈਸਰ ਪੂਰਨ ਸਿੰਘ ਆਪਣੇ ਦੇਸ਼ ਪੰਜਾਬ ਨੂੰ ਅਸੀਸਾਂ ਦਿੰਦੇ ਹੋਏ ਕਹਿੰਦੇ ਹਨ ਕਿ ਹੇ ਮੇਰੇ ਮਹਾਨ ਤੇ ਪਿਆਰੇ ਦੇਸ਼, ਤੇਰੇ ਪਿੱਪਲ ਤੇ ਅੰਬ ਵੀ ਵਸਦੇ ਰਹਿਣ ਅਤੇ ਤੇਰੀਆਂ ਸਦਾ ਹਰੀਆਂ ਰਹਿਣ ਵਾਲੀਆਂ ਬੋੜਾਂ ਵੀ ਜਿਉਂਦੀਆਂ ਰਹਿਣ। ਤੇਰੇ ਤੂਤ ਤੇ ਸ਼ਹਿਤੂਤ ਸਭ ਜਿਉਂਦੇ ਰਹਿਣ ਅਤੇ ਤੇਰੀਆਂ ਬੇਰੀਆਂ ਵੀ ਜਿਉਂਦੀਆਂ ਰਹਿਣ। ਤੇਰੇ ਕਿੱਕਰ ਫਲਾਹ ਤੇ ਝਾੜ ਝਾੜੀਆਂ ਵੀ ਸਦਾ ਕਾਇਮ ਰਹਿਣ। ਤੇਰੇ ਮਿੱਠੇ ਮਿੱਠੇ ਬੇਰ, ਤੇਰੇ ਚਸ਼ਮਿਆਂ ਦੇ ਹੀਰਿਆਂ ਵਾਂਗ ਡਲਕਦੇ ਪਾਣੀ, ਤੇਰੇ ਉੱਚੇ ਉੱਚੇ ਪਹਾੜ ਅਤੇ ਤੇਰੇ ਦਿਓਦਾਰਾਂ ਦੇ ਸੁਹਾਵਣੇ ਜੰਗਲ ਵੀ ਸਦਾ ਕਾਇਮ ਰਹਿਣ। ਜੀਣ ਲੱਖਾਂ ਰੰਗ ਤੇਰੇ ਧਰਤ ਆਕਾਸ਼ ਦੇ, ਜੀਣ ਤੇਰੀਆਂ ਸੁਆਣੀਆਂ, ਜੀਣ ਤੇਰੇ ਮਾਲ ਡੰਗਰ, ਜੀਣ ਜੱਟੀਆਂ ਦੁੱਧ ਚੋਣ ਵਾਲੀਆਂ, ਜੀਣ ਤੇਰੇ ਬਾਲ ਸਾਰੇ ਮੁੱਸ ਮੁੱਸ ਰੋਣ ਵਾਲੇ, ਭਰੀਆਂ ਰਹਿਣ ਤੇਰੀਆਂ ਲੱਸੀ ਦੀਆਂ ਚਾਟੀਆਂ, ਉੱਪਰ ਤਰਦੇ ਉਹਨਾਂ ਤੇ ਮੱਖਣਾਂ ਦੇ ਪਿੰਨੇ, ਫਿਰਨ ਘੁੰਮ ਘੁੰਮ ਸਵੇਰ ਸਾਰ ਲਾਲ ਲਾਲ ਮਧਾਣੀਆਂ, ਦੁੱਧ ਦਹੀਂ ਆਮ ਹੋਵੇ ਠੰਡ ਠੰਡ ਪਾਂਦੀਆਂ। ਪ੍ਰੋਫੈਸਰ ਪੂਰਨ ਸਿੰਘ ਆਪਣੇ ਦੇਸ਼ ਪੰਜਾਬ ਨੂੰ ਅਸੀਸਾਂ ਦਿੰਦੇ ਹੋਏ ਕਹਿੰਦੇ ਹਨ ਕਿ ਹੇ ਮੇਰੇ ਮਹਾਨ ਦੇਸ਼, ਤੇਰੀ ਧਰਤੀ ਅਤੇ ਆਕਾਸ਼ ਦੇ ਲੱਖਾਂ ਰੰਗ ਵੀ ਹਮੇਸ਼ਾ ਕਾਇਮ ਰਹਿਣ। ਤੇਰੀਆਂ ਸਵਾਣੀਆਂ, ਮਾਲ ਡੰਗਰ, ਦੁੱਧ ਚੋਣ ਵਾਲੀਆਂ ਜੱਟੀਆਂ ਤੇ ਮੁੱਸ ਮੁੱਸ ਰੋਣ ਵਾਲੇ ਬਾਲਕ ਵੀ ਚਿਰੰਜੀਵ ਰਹਿਣ। ਤੇਰੇ ਘਰਾਂ ਵਿੱਚ ਲੱਸੀ ਦੀਆਂ ਚਾਟੀਆਂ ਭਰੀਆਂ ਰਹਿਣ ਅਤੇ ਉਹਨਾਂ ਉੱਪਰ ਮੱਖਣ ਦੇ ਪਿੰਨੇ ਤਰਦੇ ਰਹਿਣ ਅਤੇ ਘਰਾਂ ਵਿੱਚ ਸਵੇਰ ਸਾਰ ਚੱਲਦੀਆਂ ਲਾਲ ਲਾਲ ਮਧਾਣੀਆਂ ਦੀ ਕੰਮ ਕੰਮ ਦੀ ਆਵਾਜ਼ ਆਉਂਦੀ ਰਹੇ। ਤੇਰੇ ਘਰਾਂ ਵਿੱਚ ਠੰਡ ਪਾਉਣ ਵਾਲਾ ਦੁੱਧ ਦਹੀਂ ਸਦਾ ਵਰਤਦਾ ਰਹੇ। ਜੀਣ ਤੇਰੇ ਮਜ਼ਦੂਰ ਤੇ ਮਜ਼ਦੂਰਨੀਆਂ, ਜੀਣ ਸਾਰੇ ਕੰਮ ਕਰਨ ਵਾਲੇ, ਜੀਣ ਤੇਰੇ ਮਹਿਲ ਉਸਾਰਨ ਵਾਲੇ, ਨਾਲੇ ਉਹ ਜਿਹੜੇ ਇੱਟਾਂ ਫੜਾਣ ਸਿਰ ਤੇ ਰੱਖ ਰੱਖ ਕੇ
ਗਾਰਾ ਉਲਾਰਨ ਵਾਲੇ ਉੱਚੀ ਉੱਚੀ ਗੋਹਾਂ 'ਤੇ, ਥੀਨ ਲੰਮੇ ਹੋਰ ਲੰਮੇ ਤੇਰੇ ਸੋਹਣੇ ਸੋਹਣੇ ਸੁਫਨੇ, ਤੇ ਲੰਮੀਆਂ ਸਿਆਲ ਦੀਆਂ ਰਾਤਾਂ ਪਿਆਰ ਵਾਲੀਆਂ। ਵੱਡੇ ਵੱਡੇ ਕੰਮ ਕਰੀ ਛੋਟੇ ਛੋਟੇ ਹੱਥਾਂ ਨਾਲ, ਬੰਨ ਨੂੰ ਬੰਨੀ ਅਸਰਾਰ ਵਾਲੇ। ਚੰਨ ਈਦ ਦਾ ਹੋਵੇ ਸਦਕੇ ਇੱਕ ਸਾਰੀ ਦੁਨੀਆ ਵਾਸਤੇ, ਕਦਮ ਕਦਮ ਮੈਂ ਦੇਵਾਂ ਤੈਨੂੰ ਉਹ ਦੇਸ ਪਿਆਰੇ ਲੱਖ ਲੱਖ ਮੁਬਾਰਕਾਂ। ਗੋਹਾ ਸ਼ਬਦ ਦਾ ਅਰਥ ਹੈ ਮਕਾਨ ਦੀ ਉਸਾਰੀ ਸਮੇਂ ਬਾਂਸਾਂ ਤੇ ਲੱਕੜੀਆਂ ਦਾ ਬਣਾਇਆ ਢਾਂਚਾ, ਜਿਸ ਉੱਪਰ ਚੜ੍ਹ ਕੇ ਰਾਜ ਤੇ ਮਜ਼ਦੂਰ ਕੰਮ ਕਰਦੇ ਹਨ, ਜਾਂ ਅਸੀਂ ਇਸ ਨੂੰ ਪੈੜ ਵੀ ਕਹਿ ਸਕਦੇ ਹਾਂ। ਥੀਣ ਸ਼ਬਦ ਦਾ ਅਰਥ ਹੈ ਹੁਣ। ਬੰਨ ਨੂੰ ਸ਼ਬਦ ਦਾ ਅਰਥ ਹੈ ਬੀੜਾ ਚੁੱਕੀ ਜਾਂ ਪ੍ਰਬੰਧ ਕਰੀ। ਅਸਰਾਰ ਸ਼ਬਦ ਦਾ ਅਰਥ ਹੈ ਭੇਤ। ਮੁਬਾਰਕਾਂ ਸ਼ਬਦ ਦਾ ਅਰਥ ਹੈ ਵਧਾਈਆਂ। ਪ੍ਰੋਫੈਸਰ ਪੂਰਨ ਸਿੰਘ ਜੀ ਆਪਣੇ ਦੇਸ਼ ਪੰਜਾਬ ਨੂੰ ਅਸੀਸਾਂ ਦਿੰਦੇ ਹੋਏ ਕਹਿੰਦੇ ਹਨ ਕਿ ਤੇਰੇ ਮਜ਼ਦੂਰ ਤੇ ਮਜ਼ਦੂਰਨੀਆਂ ਚਿਰੰਜੀਵ ਰਹਿਣ, ਤੇਰੇ ਸਾਰੇ ਕੰਮ ਕਰਨ ਵਾਲੇ ਜਿਉਂਦੇ ਰਹਿਣ, ਤੇਰੇ ਉਹ ਕਾਮੇ ਵੀ ਚਿਰੰਜੀਵ ਰਹਿਣ ਜਿਹੜੇ ਇੱਟਾਂ ਸਿਰਾਂ 'ਤੇ ਰੱਖ ਰੱਖ ਕੇ ਫੜਾਉਂਦੇ ਹਨ, ਅਤੇ ਉਹ ਵੀ ਜਿਉਂਦੇ ਰਹਿਣ ਜੋ ਗਾਰਾ ਉਲਾਰ ਕੇ ਉੱਚੀਆਂ ਉੱਚੀਆਂ ਗੋਹਾਂ ਜਾਂ ਪੈੜਾਂ 'ਤੇ ਪਹੁੰਚਾਉਂਦੇ ਹਨ। ਤੇਰੇ ਸੋਹਣੇ ਸੋਹਣੇ ਸੁਪਨੇ ਹੋਰ ਲੰਮੇ ਹੋਣ, ਅਤੇ ਤੇਰੀਆਂ ਸਿਆਲ ਦੀਆਂ ਪਿਆਰ ਭਰੀਆਂ ਰਾਤਾਂ ਹੋਰ ਵੀ ਲੰਮੀਆਂ ਹੋਣ। ਤੂੰ ਕੋਈ ਭੇਤ ਭਰੇ ਨਿਸ਼ਾਨੇ ਬਣਾਈ ਰੱਖੇ, ਅਰਥਾਤ ਤੂੰ ਅਜਿਹੇ ਨਿਸ਼ਾਨਿਆਂ ਵੱਲ ਵੱਧਦਾ ਰਹੇ ਜਿਨ੍ਹਾਂ ਦੀ ਦੁਨੀਆ ਨੂੰ ਖਬਰ ਵੀ ਨਹੀਂ। ਤੈਨੂੰ ਦੇਖ ਕੇ ਈਦ ਦਾ ਚੰਨ ਸਾਰੀ ਦੁਨੀਆ ਨੂੰ ਤੇਰੇ ਤੋਂ ਕੁਰਬਾਨ ਕਰ ਦੇਵੇ। ਹੇ ਮੇਰੇ ਪਿਆਰੇ ਦੇਸ਼, ਮੈਂ ਤੈਨੂੰ ਕਦਮ ਕਦਮ 'ਤੇ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ। ਇਹ ਸੀ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦੇਸ਼ ਨੂੰ ਅਸੀਸ ਸਾਡੀ ਗਰੀਬਾਂ ਦੀ। ਇਸ ਕਵਿਤਾ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਕਵੀ ਚਾਹੁੰਦਾ ਹੈ ਕਿ ਉਸ ਦਾ ਸੋਹਣਾ ਦੇਸ਼ ਪੰਜਾਬ ਹਮੇਸ਼ਾ ਸੋਹਣੀ ਅਤੇ ਖੁਸ਼ੀਆਂ ਭਰੀ ਜ਼ਿੰਦਗੀ ਮਾਣਦਾ ਰਹੇ। ਉਸ ਦਾ ਸੋਹਣਾ ਰਹਿਣ ਸਹਿਣ, ਖਾਣ ਪੀਣ, ਰੁੱਖ ਬੂਟੇ, ਹਰੇ ਭਰੇ ਖੇਤ, ਜੰਗਲ ਪਰਬਤ, ਕੁਦਰਤ ਦੇ ਨਜ਼ਾਰੇ, ਸੱਭਿਆਚਾਰਕ ਮੌਜ ਮੇਲੇ, ਖੁਸ਼ੀਆਂ, ਰੌਣਕਾਂ ਅਤੇ ਸੁੰਦਰ ਕੁਦਰਤੀ ਨਜ਼ਾਰੇ ਸਦਾ ਕਾਇਮ ਰਹਿਣ। ਇਹ ਸੀ 11ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦੇਸ਼ ਨੂੰ ਅਸੀਸ ਸਾਡੀ ਗਰੀਬਾਂ ਦੀ, ਜਿਸ ਵਿੱਚ ਕਹਿਰਾਂ ਦੀ ਰਵਾਨੀ ਅਤੇ ਸ਼ਕਤੀ ਹੈ। ਸ਼ਬਦ ਢੁਕਵੇਂ ਭਾਵਾਂ ਅਨੁਸਾਰ ਆਪ ਮੁਹਾਰੇ ਅਤੇ ਇੱਕ ਅਟੁੱਟ ਵੇਂਗ ਵਿੱਚ ਵਗੇ ਤੁਰੇ ਜਾਂਦੇ ਹਨ। ਕਵਿਤਾ ਦਾ ਵਿਸ਼ਾ ਕਵੀ ਦੇ ਦਿਲ ਵਿੱਚ ਵਸਦਾ ਡੂੰਘਾ ਪੰਜਾਬ ਪਿਆਰ ਹੈ। ਧੰਨਵਾਦ।